हाँ जी, ਸਤਿ ਸ੍ਰੀ ਅਕਾਲ ਦੋਸਤੋ। ਵੈਲਕਮ ਟੂ ਐਗਜ਼ਾਮ ਪ੍ਰੈਪ ਪੰਜਾਬ। ਤਾਂ ਜਿਵੇਂ ਕਿ ਤੁਸੀਂ ਥੰਬਨੇਲ ਤੋਂ ਦੇਖ ਹੀ ਲਿਆ ਹੋਵੇਗਾ ਕਿ ਅੱਜ ਦਾ ਸਾਡਾ ਟੌਪਿਕ ਰਹਿਣ ਵਾਲਾ ਹੈ ਕੌਨਸਟੀਟਿਊਸ਼ਨਲ ਪ੍ਰੈਮਬਲ ਸੋਰਸਿਸ। ਸੋ ਅੱਜ ਦੀ ਕਲਾਸ ਵਿੱਚ ਅਸੀਂ ਦੇਖਾਂਗੇ ਕਿ ਜੋ ਸਾਡਾ ਕੌਨਸਟੀਟਿਊਸ਼ਨ ਹੈ ਇਸ ਦੇ ਜੋ ਮੇਨ ਸੋਰਸਿਸ ਹਨ ਉਹ ਕੀ ਰਹੇ ਹਨ। ਸੋ ਇਸ ਦੇ ਅਲੱਗ-ਅਲੱਗ ਫੀਚਰਸ ਅਸੀਂ ਜਾਣਦੇ ਹਾਂ ਕਿ ਅਲੱਗ-ਅਲੱਗ ਦੇਸ਼ਾਂ ਤੋਂ ਲਏ ਗਏ ਸਨ ਅਤੇ ਮੈਂ ਕੱਲ੍ਹ ਦੀ ਕਲਾਸ ਦੇ ਵਿੱਚ ਵੀ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਮੈਂ ਇੱਕ ਅਲੱਗ ਤੋਂ ਕਲਾਸ ਲਿਆਵਾਂਗਾ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਇਸ ਦੇ ਸੋਰਸਿਸ ਬਾਰੇ ਇੱਕੋ ਹੀ ਕਲਾਸ ਵਿੱਚ ਦੱਸਾਂਗਾ। ਸੋ ਦੋਸਤੋ ਅੱਜ ਦੀ ਕਲਾਸ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਹੈ ਜਿਸ ਦੇ ਵਿੱਚ ਕਿ ਮੈਂ ਇਸ ਦੇ ਸੋਰਸਿਸ ਬਾਰੇ ਦੱਸਾਂਗਾ। ਸੋ ਦੋਸਤੋ ਉਮੀਦ ਕਰਦਾ ਕਿ ਮੇਰੀਆਂ ਤੁਸੀਂ ਪਿਛਲੀਆਂ ਕਲਾਸਿਸ ਦੇਖ ਰਹੀਆਂ ਹੋਣਗੀਆਂ। ਮੈਂ ਲਗਭਗ 9 ਤੋਂ 10 ਕਲਾਸਿਸ ਪਹਿਲਾਂ ਪੰਜਾਬ GK ਦੀਆਂ ਕਰਵਾ ਦਿੱਤੀਆਂ ਹਨ ਅਤੇ ਉਸ ਤੋਂ ਬਾਅਦ ਮੈਂ ਹੁਣ ਪੋਲਿਟੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਸ ਦੇ ਵਿੱਚ ਸਾਡੀਆਂ 2 ਕਲਾਸਿਸ ਹੋ ਚੁੱਕੀਆਂ ਹਨ। ਸੋ ਪਹਿਲੀ 2 ਕਲਾਸਿਸ ਵਿੱਚ ਮੈਂ ਕੌਨਸਟੀਟਿਊਸ਼ਨਲ ਡਿਵੈਲਪਮੈਂਟ ਅਤੇ 2 ਕਲਾਸਿਸ ਲਈਆਂ ਸੀ। ਸੋ ਦੋਸਤੋ ਹੁਣ ਅਸੀਂ ਜੋ ਟੌਪਿਕ ਸਟਾਰਟ ਕਰਨ ਲੱਗੇ ਹਾਂ ਅੱਜ ਉਹ ਹੈ ਕੌਨਸਟੀਟਿਊਸ਼ਨਲ ਸੋਰਸਿਸ। ਸੋ ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਜ਼ਰੂਰ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਮੇਰੀ ਵੀਡੀਓਜ਼ ਨੂੰ ਦੇਖੋ ਅਤੇ ਆਪਣੇ ਪੇਪਰ ਦੀ ਤਿਆਰੀ ਵਿੱਚ ਵਾਧਾ ਪਾਓ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੋ ਵੀ ਪੰਜਾਬ ਦੇ ਕਿਸੇ ਵੀ ਪੇਪਰ ਨੂੰ ਟਾਰਗੇਟ ਕਰ ਰਹੇ ਹਨ। ਸੋ ਦੋਸਤੋ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸੋ ਅੱਜ ਦਾ ਸਾਡਾ ਪਹਿਲਾ ਕੁਐਸਚਨ ਰਹੇਗਾ ਦ ਕੌਨਸਟੀਟਿਊਸ਼ਨ ਆਫ ਇੰਡੀਆ borrowed the scheme of Indian Federation from the Constitution of ਸੋ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਜੋ ਫੈਡਰੇਸ਼ਨ ਦਾ ਸਿਸਟਮ ਹੈ ਫੈਡਰੇਸ਼ਨ ਸਿਸਟਮ ਅਸੀਂ ਜਾਣਦੇ ਹਾਂ ਕਿ ਜਿਸ ਦੇ ਵਿੱਚ ਸੈਂਟਰ ਅਤੇ ਸਟੇਟ ਦੀਆਂ ਪਾਵਰਸ ਨੂੰ ਅਲੱਗ-ਅਲੱਗ ਡਿਫਾਈਨ ਕੀਤਾ ਹੁੰਦਾ ਹੈ। ਸੋ ਇਹ ਫੀਚਰ ਕਿਹੜੀ ਕੰਟਰੀ ਤੋਂ ਲਿਆ ਗਿਆ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਬੀ ਕੈਨੇਡਾ। ਠੀਕ ਹੈ ਦੋਸਤੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਬੀ। ਠੀਕ ਹੈ ਜੀ। ਸੋ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਹੈ ਦ ਇੰਡੀਅਨ ਕੌਨਸਟੀਟਿਊਸ਼ਨ ਕਲੋਜ਼ਲੀ ਫੋਲੋਜ਼ ਦਾ ਕੌਨਸਟੀਟਿਊਸ਼ਨਲ ਸਿਸਟਮ ਆਫ ਸੋ ਜੋ ਇੰਡੀਆ ਦਾ ਕੌਨਸਟੀਟਿਊਸ਼ਨ ਹੈ ਇਹ ਕਿਸ ਦੇਸ਼ ਦੇ ਕੌਨਸਟੀਟਿਊਸ਼ਨ ਦੇ ਨਾਲ ਬਹੁਤ ਹੀ ਕਲੋਜ਼ਲੀ ਰਿਲੇਟ ਕਰਦਾ ਹੈ ਯਾਨੀ ਕਿ ਉਸ ਦੇਸ਼ ਦੇ ਕੌਨਸਟੀਟਿਊਸ਼ਨ ਦੇ ਨਾਲ ਕਾਫੀ ਰਿਲੇਟਡ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ UK। ਠੀਕ ਹੈ ਦੋਸਤੋ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਥਰਡ ਕੁਐਸਚਨ ਸਾਡਾ ਅੱਜ ਦਾ which of the following is a feature common to both the Indian Federation and the American Federation ਸੋ ਇੰਡੀਆ ਦੀ ਜੋ ਫੈਡਰੇਸ਼ਨ ਹੈ ਅਤੇ ਜੋ ਅਮਰੀਕਾ ਦੀ ਫੈਡਰੇਸ਼ਨ ਹੈ ਉਹਨਾਂ ਦੇ ਵਿੱਚ ਕਾਮਨ ਫੀਚਰ ਕੀ ਹੈ। ਸੋ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਹਨ ਸੋ ਤੁਸੀਂ ਧਿਆਨ ਨਾਲ ਵੀਡੀਓ ਨੂੰ ਪੂਰਾ ਦੇਖਣਾ। ਸੋ ਇਸ ਕੁਐਸਚਨ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ ਏ ਫੈਡਰਲ ਸੁਪਰੀਮ ਕੋਰਟ ਟੂ ਇੰਟਰਪ੍ਰੈਟ ਦਾ ਕੌਨਸਟੀਟਿਊਸ਼ਨ। ਸੋ ਇਹਨਾਂ ਦੋਨਾਂ ਹੀ ਦੇਸ਼ਾਂ ਦੇ ਵਿੱਚ ਸੁਪਰੀਮ ਕੋਰਟ ਹੈ ਜੋ ਕਿ ਕੌਨਸਟੀਟਿਊਸ਼ਨ ਨੂੰ ਸੇਵ ਕਰਦੀ ਹੈ। ਸੋ ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਨੂੰ ਵਧਦੇ ਹਾਂ ਦ ਇੰਸਪੀਰੇਸ਼ਨ ਆਫ ਲਿਬਰਟੀ ਇਕੁਅਲਿਟੀ ਐਂਡ ਫਰੈਟਰਨਿਟੀ ਵਾਸ ਡਰਾਈਵਡ ਫਰੋਮ ਸੋ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਜੋ ਲਿਬਰਟੀ ਇਕੁਅਲਿਟੀ ਅਤੇ ਫਰੈਟਰਨਿਟੀ ਬਾਰੇ ਜ਼ਿਕਰ ਕੀਤਾ ਗਿਆ ਹੈ ਇਹ ਫੀਚਰ ਕਿਸ ਕੰਟਰੀ ਤੋਂ ਲਏ ਗਏ ਹਨ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਬੀ ਫ੍ਰੈਂਚ ਰੈਵੋਲੂਸ਼ਨ। ਠੀਕ ਹੈ ਦੋਸਤੋ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। Next question. Indian President and Prime Minister are a replica of heads of state of which country? ਸੋ ਇੰਡੀਆ ਦੇ ਵਿੱਚ ਜੋ ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਹਨ ਉਹ ਕਿਸ ਕੰਟਰੀ ਦੇ ਸਟਰਕਚਰ ਵਾਂਗ ਹੀ ਚੁਣੇ ਜਾਂਦੇ ਹਨ ਜਾਂ ਉਹਨਾਂ ਦੇ ਤਰੀਕੇ ਨਾਲ ਹੀ ਕੰਮ ਕਰਦੇ ਹਨ। ਸੋ ਇਸ ਦਾ ਸਹੀ ਉੱਤਰ ਰਹੇਗਾ ਬ੍ਰਿਟੇਨ। ਠੀਕ ਹੈ ਦੋਸਤੋ ਯਾਨੀ ਕਿ UK। ਸੋ ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। Next question. The President of Indian Union has the same constitutional authority as the ਸੋ ਇੰਡੀਆ ਦੇ ਜੋ ਪ੍ਰੈਜ਼ੀਡੈਂਟ ਹਨ ਉਹਨਾਂ ਦੀ ਅਥਾਰਟੀ ਸੇਮ ਕਿਸ ਕੰਟਰੀ ਦੇ ਪ੍ਰੈਜ਼ੀਡੈਂਟ ਦੇ ਨਾਲ ਮਿਲਦੀ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ ਬ੍ਰਿਟਿਸ਼ ਮੋਨਾਰਕ। ਠੀਕ ਹੈ ਦੋਸਤੋ ਸੋ ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਵਿਚ ਆਫ ਦ ਫੋਲੋਇੰਗ ਡਿਸਕ੍ਰਾਈਬਸ ਇੰਡੀਆ ਐਜ਼ ਏ ਸੈਕੂਲਰ ਸਟੇਟ ਸੋ ਹੇਠ ਲਿਖਿਆਂ ਵਿੱਚੋਂ ਕੌਨਸਟੀਟਿਊਸ਼ਨ ਦੇ ਕਿਸ ਪਾਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਡੀਆ ਇੱਕ ਸੈਕੂਲਰ ਸਟੇਟ ਹੈ। ਸੈਕੂਲਰ ਸਟੇਟ ਦਾ ਮਤਲਬ ਹੁੰਦਾ ਹੈ ਦੋਸਤੋ ਧਰਮ ਨਿਰਪੇਖ ਸਟੇਟ ਜਿਸ ਦੇ ਵਿੱਚ ਕਿ ਕਿਸੇ ਵੀ ਸਟੇਟ ਜਾਂ ਦੇਸ਼ ਦਾ ਕੋਈ ਵੀ ਇੱਕ ਕਾਮਨ ਧਰਮ ਨਹੀਂ ਹੁੰਦਾ। ਸੋ ਕੋਈ ਵੀ ਸਿਟੀਜ਼ਨ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ ਪ੍ਰੈਮਬਲ ਆਫ ਦ ਕੌਨਸਟੀਟਿਊਸ਼ਨ। ਠੀਕ ਹੈ ਦੋਸਤੋ ਪ੍ਰੈਮਬਲ ਵਿੱਚ ਹੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ
ਆਪਸ਼ਨ ਡੀ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਇਨ ਅ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਰੀਅਲ ਪਾਵਰਸ ਆਫ ਦਾ ਸਟੇਟਸ ਆਰ ਵੈਸਟਡ ਇਨ ਦਾ। ਸੋ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਜਿਸ ਦੇ ਵਿੱਚ ਕਿ 2 ਹਾਊਸਿਸ ਹਨ, ਪਹਿਲਾ ਲੋਕ ਸਭਾ ਅਤੇ ਦੂਸਰਾ ਰਾਜ ਸਭਾ। ਸੋ ਇਸ ਨੂੰ ਇਹ ਪਾਰਲੀਮੈਂਟ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਦੀ ਜੋ ਗਵਰਨਮੈਂਟ ਹੁੰਦੀ ਹੈ ਉਸ ਦੇ ਵਿੱਚ ਰੀਅਲ ਪਾਵਰਸ ਆਫ ਦਾ ਸਟੇਟ ਕਿਸ ਦੇ ਵਿੱਚ ਲਾਈ ਕਰਦੀਆਂ ਹਨ। ਸੋ ਸਹੀ ਉੱਤਰ ਰਹੇਗਾ ਕਾਊਂਸਲ ਆਫ ਮਿਨਿਸਟਰਸ ਹੈਡਡ ਬਾਈ ਪ੍ਰਾਈਮ ਮਿਨਿਸਟਰ। ਸੋ ਅਸੀਂ ਜਾਣਦੇ ਹਾਂ ਕਿ ਹੈਡ ਆਫ ਦਾ ਸਟੇਟ ਹੁੰਦਾ ਹੈ ਪ੍ਰੈਜ਼ੀਡੈਂਟ ਅਤੇ ਹੈਡ ਆਫ ਗਵਰਨਮੈਂਟ ਹੁੰਦਾ ਹੈ ਪ੍ਰਾਈਮ ਮਿਨਿਸਟਰ। ਸੋ ਇਸ ਤਰੀਕੇ ਨਾਲ ਕਾਊਂਸਲ ਆਫ ਮਿਨਿਸਟਰ ਇਜ਼ ਹੈਡ ਆਫ ਦਾ ਗਵਰਨਮੈਂਟ। ਠੀਕ ਆ ਦੋਸਤੋ। ਸੋ ਵਧਦੇ ਹਾਂ ਅਸੀਂ ਅਗਲੇ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਬੇਸਿਕ ਫੀਚਰ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ। ਸੋ ਹੇਠ ਲਿਖਿਆਂ ਵਿੱਚੋਂ ਇੰਡੀਅਨ ਕੌਂਸਟੀਟਿਊਸ਼ਨ ਦਾ ਇੱਕ ਬੇਸਿਕ ਫੀਚਰ ਕਿਹੜਾ ਨਹੀਂ ਹੈ। ਸੋ ਸਹੀ ਉੱਤਰ ਰਹੇਗਾ ਆਪਸ਼ਨ ਏ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਠੀਕ ਹੈ ਦੋਸਤੋ, ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਏ ਫੀਚਰ ਆਫ ਦਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਸੋ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਉਸਦਾ ਇੱਕ ਮੇਨ ਫੀਚਰ ਹੁੰਦਾ ਹੈ। ਸੋ ਸਹੀ ਉੱਤਰ ਰਹੇਗਾ ਐਗਜ਼ੀਕਿਊਟਿਵ ਇਜ਼ ਰਿਸਪੋਂਸੀਬਲ ਟੂ ਲੈਜਿਸਲੇਚਰ। ਜੀ ਹਾਂ, ਠੀਕ ਹੈ ਦੋਸਤੋ। ਐਗਜ਼ੀਕਿਊਟਿਵ ਯਾਨੀ ਕਿ ਜੋ ਵੀ ਅਹੁਦੇਦਾਰ ਸਾਡੇ ਪੋਲੀਟਿਕਸ ਦੇ ਵਿੱਚ ਪਰਸਨਸ ਹਨ, ਉਹ ਸਾਰੇ ਹੀ ਲੈਜਿਸਲੇਚਰ ਨੂੰ ਲਾਇਬਲ ਹੁੰਦੇ ਹਨ। ਠੀਕ ਹੈ ਦੋਸਤੋ। ਨੈਕਸਟ ਕੁਐਸਚਨ ਹੈ ਮੈਚ ਦਾ ਫੋਲੋਇੰਗ। ਸੋ ਦੋਸਤੋ ਇਸ ਕੁਐਸਚਨ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ 3 2 4 1। ਇਸ ਦਾ ਸਹੀ ਸੀਕੁਐਂਸ ਰਹੇਗਾ, ਯਾਨੀ ਕਿ ਫੈਡਰੇਸ਼ਨ ਜੋ ਹੈ ਇਹ ਕੈਨੇਡਾ ਦੇ ਸੰਵਿਧਾਨ ਤੋਂ ਲਈ ਗਈ ਹੈ ਅਤੇ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਟ ਇਜ਼ ਟੇਕਨ ਫਰੋਮ USA ਐਂਡ ਫੰਡਾਮੈਂਟਲ ਰਾਈਟਸ ਪ੍ਰੋਡਕਟਿਵ ਪ੍ਰਿੰਸੀਪਲਸ ਜੋ ਹਨ ਇਹ ਆਇਰਲੈਂਡ ਤੋਂ ਲਏ ਗਏ ਹਨ ਅਤੇ ਫੰਡਾਮੈਂਟਲ ਰਾਈਟਸ ਜੋ ਹਨ ਇਹ ਦੋਸਤੋ ਇਹ ਆਪਸ਼ਨ ਮੈਂ ਗਲਤ ਲਗਾ ਦਿੱਤਾ ਸੀਗਾ। ਪਾਰਲੀਮੈਂਟਰੀ ਫਾਰਮ ਆਫ ਦੇ ਵਿੱਚ ਜੋ ਸੀਗਾ ਬ੍ਰਿਟੇਨ ਆਉਣਾ ਸੀ ਅਤੇ 4th ਵਾਲੀ ਡੀ ਦੇ ਵਿੱਚ 1 ਆਉਣਾ ਸੀ USA। ਠੀਕ ਹੈ ਦੋਸਤੋ। ਸੋ ਤੁਸੀਂ ਇਸ ਦੇ ਹਿਸਾਬ ਦੇ ਨਾਲ ਮੈਚ ਕਰ ਲੈਣਾ ਆਪਸ਼ਨ ਡੀ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਫੀਚਰਸ ਡਸ ਦਾ ਇੰਡੀਅਨ ਕੌਂਸਟੀਟਿਊਸ਼ਨ ਬੋਰੋ ਫਰੋਮ ਦਾ ਵੇਮਰ ਕੌਂਸਟੀਟਿਊਸ਼ਨ ਆਫ ਜਰਮਨੀ। ਦੋਸਤੋ ਇਹ ਪੁਆਇੰਟ ਜੋ ਹੈ ਅਕਸਰ ਹੀ ਪੁੱਛਿਆ ਗਿਆ ਹੈ। ਵੇਮਰ ਯਾਨੀ ਕਿ ਜਰਮਨੀ। ਸੋ ਜਰਮਨੀ ਦੇ ਕੌਂਸਟੀਟਿਊਸ਼ਨ ਤੋਂ ਕਿਹੜਾ ਫੀਚਰ ਲਿਆ ਗਿਆ ਹੈ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ ਪ੍ਰੋਵੀਜ਼ਨਸ ਕੰਸਰਨਿੰਗ ਦਾ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਦ ਨੈਸ਼ਨਲ ਐਮਰਜੈਂਸੀ। ਸੋ ਇਹ ਅਸੀਂ ਜਾਣਦੇ ਹਾਂ ਕਿ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਫੰਡਾਮੈਂਟਲ ਰਾਈਟਸ ਜੋ ਹਨ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਬਟ ਇਸ ਦੇ ਨਾਲ ਹੀ ਤੁਸੀਂ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਸਾਡਾ ਇੱਕ ਫੰਡਾਮੈਂਟਲ ਰਾਈਟ ਹੁੰਦਾ ਹੈ ਰਾਈਟ ਟੂ ਲਾਈਫ। ਇਹ ਜੋ ਫੰਡਾਮੈਂਟਲ ਰਾਈਟ ਹੈ ਇਹ ਸਸਪੈਂਡ ਨਹੀਂ ਕੀਤਾ ਜਾ ਸਕਦਾ। ਸੋ ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਮੈਚ ਦਾ ਫੋਲੋਇੰਗ। ਸੋ ਇਸ ਦਾ ਸਹੀ ਉੱਤਰ ਹੈ ਬੀ। ਸੋ ਏ ਦੇ ਨਾਲ 4th ਆਪਸ਼ਨ, ਬੀ ਦੇ ਨਾਲ 3rd, ਸੀ ਦੇ ਨਾਲ 2nd ਅਤੇ 4th ਦੇ ਨਾਲ 1। ਸੋ ਇਸ ਤਰੀਕੇ ਨਾਲ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ ਦੋਸਤੋ। ਸੋ ਰੂਲ ਆਫ ਲਾਅ ਜੋ ਹੈ ਇਸ ਦਾ ਇਹ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਲਿਆ ਗਿਆ ਹੈ 4th ਆਪਸ਼ਨ ਅਤੇ ਡਾਇਰੈਕਟਿਵ ਪ੍ਰਿੰਸੀਪਲਸ ਜੋ ਹਨ ਇਹ 3rd ਆਪਸ਼ਨ ਯਾਨੀ ਕਿ ਇਰਿਸ਼ ਕੌਂਸਟੀਟਿਊਸ਼ਨ ਤੋਂ ਲਿਆ ਗਿਆ ਹੈ 2nd ਆਪਸ਼ਨ। 3rd ਜੋ ਹੈ ਕੰਕਰੈਂਟ ਲਿਸਟ ਜੋ ਹੈ ਇਹ ਆਸਟ੍ਰੇਲੀਆ ਦੇ ਕੌਂਸਟੀਟਿਊਸ਼ਨ ਤੋਂ ਲਈ ਗਈ ਹੈ ਅਤੇ ਇਸ ਦੇ ਨਾਲ ਹੀ ਜੋ 4th ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ ਇਹ ਅਸੀਂ ਹੁਣੇ ਹੀ ਪੜ੍ਹਿਆ ਸੀ ਜਰਮਨ ਦੇ ਕੌਂਸਟੀਟਿਊਸ਼ਨ ਤੋਂ ਲਿਆ ਗਿਆ ਹੈ। ਸੋ ਇਸ ਤਰੀਕੇ ਨਾਲ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ ਦੋਸਤੋ। ਵਿਚ ਆਫ ਦਾ ਫੋਲੋਇੰਗ ਫੀਚਰ ਐਂਡ ਦੇਅਰ ਸੋਰਸਿਸ ਇਜ਼ ਰੋਂਗਲੀ ਮੈਚ। ਸੋ ਹੇਠ ਲਿਖਿਆਂ ਵਿੱਚੋਂ ਰੋਂਗਲੀ ਮੈਚਡ ਫੀਚਰ ਦੱਸੋ। ਸੋ ਸਹੀ ਉੱਤਰ ਰਹੇਗਾ ਆਪਸ਼ਨ ਏ ਜੁਡੀਸ਼ੀਅਲ ਰਿਵਿਊ। ਇਸ ਤੋਂ ਇਲਾਵਾ ਜੋ ਬਾਕੀ ਆਪਸ਼ਨ ਹਨ ਕੰਕਰੈਂਟ ਲਿਸਟ ਇਹ ਆਸਟ੍ਰੇਲੀਆ ਦੇ ਕੌਂਸਟੀਟਿਊਸ਼ਨ ਤੋਂ ਲਈ ਗਈ ਹੈ ਬਿਲਕੁਲ ਸਹੀ।
ਡਾਇਰੈਕਟਿਵ ਪ੍ਰਿੰਸੀਪਲਸ ਇਰਿਸ਼ ਕਨਸਟੀਟਿਊਸ਼ਨ ਤੋਂ ਲੈ ਕੇ ਹੈ ਵੀ ਬਿਲਕੁਲ ਸਹੀ, ਅਤੇ ਫੰਡਾਮੈਂਟਲ ਰਾਈਟਸ ਜੋ ਹਨ US ਕਨਸਟੀਟਿਊਸ਼ਨ ਤੋਂ ਲੈ ਕੇ ਹਨ, ਇਹ ਵੀ ਬਿਲਕੁਲ ਸਹੀ ਆਪਸ਼ਨ ਹੈ ਦੋਸਤੋ। ਬਟ ਜੋ ਜੁਡੀਸ਼ੀਅਲ ਰਿਵਿਊ ਹੈ ਇਹ ਬ੍ਰਿਟਿਸ਼ ਤੋਂ ਨਹੀਂ ਬਲਕਿ USA ਦੇ ਸੰਵਿਧਾਨ ਤੋਂ ਲਿਆ ਗਿਆ ਹੈ। ਸੋ ਪਹਿਲਾ ਆਪਸ਼ਨ ਬਿਲਕੁਲ ਗਲਤ ਹੈ ਦੋਸਤੋ, ਠੀਕ ਹੈ। ਵਧਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਵਿਚ ਕਨਸਟੀਟਿਊਸ਼ਨ ਹੈਜ਼ ਇੰਸਪਾਇਰਡ ਦ ਇੰਡੀਅਨ ਕਨਸੈਪਟਸ ਆਫ ਰੂਲ ਆਫ ਲਾਅ, ਪਾਰਲੀਮੈਂਟਰੀ ਸਿਸਟਮ ਐਂਡ ਲਾਅ ਮੇਕਿੰਗ ਪ੍ਰੋਸੀਜਰਸ। ਸੋ ਰੂਲ ਆਫ ਲਾਅ, ਪਾਰਲੀਮੈਂਟਰੀ ਸਿਸਟਮ ਅਤੇ ਲਾਅ ਮੇਕਿੰਗ ਪ੍ਰੋਸੀਜਰਸ, ਇਹਨਾਂ ਬਾਰੇ ਕਿਸ ਕਨਸਟੀਟਿਊਸ਼ਨ ਤੋਂ ਫੀਚਰਸ ਲਏ ਗਏ ਹਨ? ਸੋ ਸਹੀ ਉੱਤਰ ਰਹੇਗਾ ਇਸ ਦਾ ਬ੍ਰਿਟਿਸ਼ ਗਵਰਨਮੈਂਟ, ਯਾਨੀ ਕਿ ਆਪਸ਼ਨ ਬੀ, ਠੀਕ ਹੈ ਦੋਸਤੋ। ਸੋ ਮੈਂ ਇਹਨਾਂ ਕੁਐਸਚਨਸ ਦਾ ਜਵਾਬ ਨਾਲ ਹੀ ਦੇ ਦਿੰਦਾ ਹਾਂ। ਜੇਕਰ ਤੁਸੀਂ ਇਹਨਾਂ ਦੇ ਜਵਾਬ ਖੁਦ ਦੇਣਾ ਚਾਹੁੰਦੇ ਹੋ ਤਾਂ ਜਿਸ ਵੇਲੇ ਮੈਂ ਕੁਐਸਚਨ ਖੋਲ੍ਹਦਾ ਹਾਂ ਤੁਸੀਂ ਵੀਡੀਓ ਨੂੰ ਰੋਕ ਕੇ ਉਸ 'ਤੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ ਦੋਸਤੋ। ਉਮੀਦ ਕਰਦਾ ਤੁਹਾਨੂੰ ਕੁਐਸਚਨਸ ਦਾ ਲੈਵਲ ਪਸੰਦ ਆ ਰਿਹਾ ਹੋਏਗਾ, ਠੀਕ ਹੈ। ਸੋ ਤੁਸੀਂ ਜ਼ਰੂਰ ਹੀ ਵੀਡੀਓ ਨੂੰ ਲਾਈਕ ਕਰਨਾ ਅਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ। The Constitution of India is designed to work as a unitary government. So, it is in the time of emergency, ठीक है दोस्तों। सो कॉन्स्टिट्यूशन ऑफ इंडिया ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਉਹ ਐਜ਼ ਏ ਯੂਨਿਟਰੀ ਗਵਰਨਮੈਂਟ, ਯਾਨੀ ਕਿ ਸਿਰਫ ਸੈਂਟਰ ਦੇ ਕੋਲ ਹੀ ਪਾਵਰਸ ਰਹਿ ਜਾਣਗੀਆਂ। ਸੋ ਇਸ ਤਰੀਕੇ ਨਾਲ ਕੰਮ ਕਰੇਗਾ, ਠੀਕ ਹੈ ਦੋਸਤੋ। Which of the following features of the Constitution of India does not resemble the American Constitution? ਸੋ ਹੇਠ ਲਿਖਿਆਂ ਵਿੱਚੋਂ ਕਿਹੜਾ ਐਸਾ ਫੀਚਰ ਹੈ ਜੋ ਕਿ ਅਮਰੀਕਾ ਦੀ ਕਨਸਟੀਟਿਊਸ਼ਨ ਦੇ ਨਾਲ ਮੈਚ ਨਹੀਂ ਕਰਦਾ? ਇੰਡੀਆ ਦੇ ਕਨਸਟੀਟਿਊਸ਼ਨ ਬਾਰੇ ਗੱਲ ਕੀਤੀ ਗਈ ਹੈ ਦੋਸਤੋ। ਸੋ ਇਸਦਾ ਸਹੀ ਉੱਤਰ ਹੈ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਸੋ ਅਸੀਂ ਜਾਣਦੇ ਹਾਂ ਕਿ ਇਹ UK ਦੇ ਸੰਵਿਧਾਨ ਤੋਂ ਲਿਆ ਗਿਆ ਹੈ, ਬ੍ਰਿਟਿਸ਼। ਸੋ ਬਾਕੀ ਇਹ ਜੋ ਸਾਰੇ ਫੀਚਰ ਹਨ ਇਹ USA ਦੇ ਫੀਚਰਸ ਨਾਲ ਮੈਚ ਕਰਦੇ ਹਨ। ਫੈਡਰਲ ਫਾਰਮ ਆਫ ਗਵਰਨਮੈਂਟ, ਫੰਡਾਮੈਂਟਲ ਰਾਈਟਸ ਅਤੇ ਰਿਟਨ ਕਨਸਟੀਟਿਊਸ਼ਨ, ਇਹ ਉਹਨਾਂ ਦੀ ਕਨਸਟੀਟਿਊਸ਼ਨ ਵਿੱਚ ਵੀ ਇਹ ਸਾਰੇ ਹੀ ਫੀਚਰਸ ਹਨ, ਠੀਕ ਹੈ ਦੋਸਤੋ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਐਮਰਜਸ ਕਲੀਅਰਲੀ ਫਰੋਮ ਦਾ ਪ੍ਰੈਂਬਲ। ਸੋ ਪ੍ਰੈਂਬਲ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਸਾਫ਼ ਹੀ ਪ੍ਰਗਟ ਹੁੰਦੀ ਹੈ? ਸਹੀ ਉੱਤਰ ਹੈ 1 2 3 4, ਯਾਨੀ ਕਿ ਇਹ ਸਾਰੇ ਹੀ ਆਪਸ਼ਨ ਬਿਲਕੁਲ ਸਹੀ ਹਨ, ਠੀਕ ਹੈ ਦੋਸਤੋ। ਆਪਸ਼ਨ ਡੀ, ਵੈਨ ਦਾ ਕਨਸਟੀਟਿਊਸ਼ਨ ਵਾਜ਼ ਇਨੈਕਟਡ। ਜੀ ਹਾਂ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਨਸਟੀਟਿਊਸ਼ਨ ਕਦੋਂ ਹੋਂਦ ਵਿੱਚ ਆਇਆ ਅਤੇ ਉਸਨੂੰ ਕਦੋਂ ਲਾਗੂ ਕੀਤਾ ਗਿਆ। ਆਈਡੀਅਲਸ ਦੈਟ ਵਰ ਟੂ ਬੀ ਅਚੀਵਡ। ਸੋ ਕੀ ਆਈਡੀਅਲਸ ਇੱਕ ਸਟੇਟ ਨੂੰ ਜਾਂ ਪੂਰੀ ਕੰਟਰੀ ਨੂੰ ਅਚੀਵ ਕਰਨੇ ਹਨ? ਦ ਸਿਸਟਮ ਆਫ ਗਵਰਨਮੈਂਟ ਕਿਵੇਂ ਇਲੈਕਟ ਕੀਤੀ ਜਾਏਗੀ, ਐਂਡ ਦ ਸੋਰਸਿਸ ਆਫ ਅਥੋਰਿਟੀ। ਸੋ ਕਿਸ ਦੇ ਕੋਲ ਕੀ ਅਥੋਰਿਟੀ ਹੋਏਗੀ, ਇਹ ਵੀ ਇਸ ਦੇ ਵਿੱਚ ਡਿਫਾਈਨ ਹੈ। ਸੋ ਇਸ ਤਰੀਕੇ ਨਾਲ ਇਹ ਸਾਰੇ ਹੀ ਪ੍ਰੈਂਬਲ ਦਾ ਪਾਰਟ ਬਣਦੇ ਹਨ। Next question, which one of the following statement regarding the preamble is correct? So preamble ਦੇ regarding ਹੇਠ ਲਿਖਿਆਂ ਵਿੱਚੋਂ ਕਿਹੜੀ statement correct ਹੈ? ਸੋ ਇਸ ਦਾ ਸਹੀ ਉੱਤਰ ਹੈਗਾ ਦੋਸਤੋ ਆਪਸ਼ਨ A, it is not enforceable in the court of law. ਸੋ preamble ਦੇ ਵਿੱਚ ਜੋ preamble ਹੈ this is not enforceable by law, ਇਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਦੇ ਵਿੱਚ ਲਿਖੀ ਹੋਈ ਕੋਈ ਵੀ ਗੱਲ ਨੂੰ ਕੋਰਟ ਦੇ ਵਿੱਚ ਚੈਲੰਜ ਨਹੀਂ ਕਰ ਸਕਦੇ ਕਿ ਇਹ ਸਾਡੇ ਨਾਲ ਨਾਇਨਸਾਫੀ ਹੋ ਰਹੀ ਹੈ ਜਾਂ ਫਿਰ ਇਸ ਚੀਜ਼ ਫੋਲੋ ਨਹੀਂ ਹੋ ਰਹੀ, ਠੀਕ ਹੈ ਦੋਸਤੋ। ਨੈਕਸਟ ਕੁਐਸਚਨ, ਦ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੋਰੋਡ ਦ ਆਈਡੀਆਜ਼ ਆਫ ਪ੍ਰੈਂਬਲ ਫਰੋਮ ਦਾ। ਸੋ ਦੋਸਤੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਪ੍ਰੈਂਬਲ ਦੇ ਰਿਲੇਟਡ ਕੁਐਸਚਨ ਤਾਂ ਅਕਸਰ ਹੀ ਐਗਜ਼ਾਮ ਦੇ ਵਿੱਚ ਪੁੱਛੇ ਹੀ ਜਾਂਦੇ ਹਨ। ਸੋ ਪ੍ਰੈਂਬਲ ਜੋ ਹੈ ਇਹ ਕਿਸ ਕਨਸਟੀਟਿਊਸ਼ਨ ਤੋਂ ਲਿਆ ਗਿਆ ਹੈ? ਸਹੀ ਉੱਤਰ ਰਹੇਗਾ ਇਸ ਦਾ ਕਨਸਟੀਟਿਊਸ਼ਨ ਆਫ USA। ਸੋ USA ਤੋਂ ਕਾਫੀ ਜ਼ਿਆਦਾ ਚੀਜ਼ਾਂ ਨਹੀਂ ਹੋਈਆਂ ਹਨ, ਇਸ ਕਰਕੇ ਹੀ ਇਹ ਕਾਫੀ ਹੱਦ ਤੱਕ USA ਦੇ ਕਨਸਟੀਟਿਊਸ਼ਨ ਦੇ ਨਾਲ ਮੈਚ ਕਰਦਾ ਹੈ। ਨੈਕਸਟ ਕੁਐਸਚਨ, ਸੈਕੂਲਰਿਜ਼ਮ ਮੀਨਸ। ਸੋ ਸੈਕੂਲਰਿਜ਼ਮ ਦਾ ਮਤਲਬ ਕੀ ਹੈ? ਮੈਂ ਹੁਣੇ ਹੀ ਪਹਿਲਾਂ ਵੀ ਦੱਸਿਆ ਸੀ। ਇਸ ਦਾ ਸਹੀ ਮਤਲਬ ਹੁੰਦਾ ਹੈ a system of political and social philosophy that does not favor any particular religion, faith. ਸੋ ਜਿਸ ਦੇ ਵਿੱਚ ਪੋਲੀਟੀਕਲੀ ਜਾਂ ਸੋਸ਼ਲੀ ਕਿਸੇ ਵੀ ਇੱਕ ਧਰਮ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ, ਲੋਕਾਂ ਨੂੰ ਆਪਣੇ ਆਧਾਰ 'ਤੇ ਧਰਮ ਨੂੰ ਚੁਣਨ ਦੀ ਆਜ਼ਾਦੀ ਹੁੰਦੀ ਹੈ, ਠੀਕ ਹੈ ਦੋਸਤੋ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਇਨ ਅ ਫੈਡਰਲ ਸਟੇਟ
सो हेडली कॉन्जुगेट ऑप्शन करेक्ट रहेगा स्टेट्स आर मोर पावरफुल दैन सेंटर्स। ठीक है दोस्तों, क्योंकि स्टेट्स के कोल अपनी काम करने ਲਈ ਪਾਵਰਸ ਹੁੰਦੀਆਂ ਹਨ, ਸੋ ਇਸ ਤਰੀਕੇ ਨਾਲ ਸਟੇਟਸ ਆਰ ਮੋਰ ਪਾਵਰਫੁਲ ਦੈਨ ਸੈਂਟਰ। ਠੀਕ ਹੈ ਦੋਸਤੋ, ਫੈਡਰਲ ਸਟੇਟ ਦਾ ਬੇਸਿਕ ਮੀਨਿੰਗ ਹੀ ਇਹ ਹੈ ਕਿ ਸਟੇਟਸ ਦੇ ਕੋਲ ਆਪਣੀ ਅਥਾਰਟੀ ਹੁੰਦੀ ਹੈ ਆਪਣੇ ਹਿਸਾਬ ਨਾਲ ਕੰਮ ਕਰਨ ਦੀ। ਨੈਕਸਟ ਕੁਐਸਚਨ, ਇੰਡੀਆ opted for a federal form of government because of, ਸੋ ਇੰਡੀਆ ਨੇ ਫੈਡਰਲ ਫਾਰਮ ਆਫ ਗਵਰਨਮੈਂਟ ਕਿਉਂ ਚੁਣੀ? ਇਸ ਦਾ ਰੀਜ਼ਨ ਦੋਸਤੋ ਸੀ ਲਿੰਗੁਇਸਟਿਕ ਐਂਡ ਰੀਜਨਲ ਡਾਇਵਰਸਿਟੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਵਿੱਚ ਅਲੱਗ-ਅਲੱਗ ਡਾਇਵਰਸਿਟੀ ਯਾਨੀ ਕਿ ਵਿਵਿਧਤਾ ਪਾਈ ਜਾਂਦੀ ਹੈ, ਜਿੱਥੇ ਕਿ ਅਲੱਗ-ਅਲੱਗ ਭਾਸ਼ਾਵਾਂ ਹਨ, ਲੈਂਗੁਏਜਸ ਹਨ। ਸੋ ਰੀਜਨਲ ਡਾਇਵਰਸਿਟੀ ਵੀ ਹੈ, ਕਿਤੇ ਖਾਣ ਪੀਣ ਅਲੱਗ ਹੈ ਅਤੇ ਪਹਿਰਾਵਾ ਵੀ ਅਲੱਗ-ਅਲੱਗ ਹੈ। ਸੋ ਇਸ ਤਰੀਕੇ ਨਾਲ ਸਾਰੀਆਂ ਸਟੇਟਸ ਨੂੰ ਅਲੱਗ-ਅਲੱਗ ਤੌਰ 'ਤੇ ਆਜ਼ਾਦੀ ਦੇਣਾ ਬਹੁਤ ਜ਼ਰੂਰੀ ਬਣ ਗਿਆ ਸੀ। ਸੋ ਇਸ ਕਰਕੇ ਫੈਡਰਲ ਫਾਰਮ ਆਫ ਗਵਰਨਮੈਂਟ ਨੂੰ ਚੁਣਿਆ ਗਿਆ। ਠੀਕ ਹੈ ਦੋਸਤੋ, preamble of Indian Constitution reads, so preamble of Indian Constitution reads, ਉਹਦੇ ਵਿੱਚ ਕੀ ਲਿਖਿਆ ਗਿਆ ਹੈ? We the people of India। ਦੋਸਤੋ ਇਹ ਲਾਈਨਸ ਬਹੁਤ ਜ਼ਿਆਦਾ ਇੰਪੋਰਟੈਂਟ ਹਨ। We the people of India in our constituent assembly adopted, enacted and give to ourselves this constitution। ਇਹ constitution ਦੀਆਂ ਐਗਜ਼ੈਕਟ ਲਾਈਨਸ ਹਨ। ਸੋ ਇਹਨਾਂ ਦੇ ਵਿੱਚੋਂ ਵੀ ਅਕਸਰ ਹੀ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਂਦਾ ਹੈ। ਠੀਕ ਹੈ ਦੋਸਤੋ, ऑप्शन डी बिल्कुल करेक्ट उत्तर रहेगा। विच ऑफ द फॉलोइंग स्टेटमेंट इज करेक्ट? सो हिट लिखे विचों केड़ी स्टेटमेंट करेक्ट है? सही उत्तर रहेगा ऑप्शन सी, preamble is the part of basic structure of the constitution and can be amended only if no change in the basic structure is made। ठीक है दोस्तों, preamble जो है इसनों चेंज किया जा सकता है, बट इसके बेसिक स्ट्रक्चर ਦੇ ਵਿੱਚ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਨੂੰ ਸੁਪਰੀਮ ਕੋਰਟ ਡਾਇਰੈਕਟਲੀ ਗਾਈਡ ਕਰਦਾ ਹੈ। ਠੀਕ ਹੈ ਦੋਸਤੋ, ਬੇਸਿਕ ਸਟਰਕਚਰ ਦੇ ਵਿੱਚ ਫੰਡਾਮੈਂਟਲ ਰਾਈਟਸ ਜਾਂ ਸਾਡੇ ਕੁਝ ਹੋਰ ਅਧਿਕਾਰ ਆ ਜਾਂਦੇ ਹਨ, ਸੋ ਉਹਨਾਂ ਨੂੰ ਚੇਂਜ ਕੀਤਾ ਨਹੀਂ ਜਾ ਸਕਦਾ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ, ਦ ਵਰਡ ਸੋਸ਼ਲਿਸਟ, ਸੈਕੂਲਰ ਐਂਡ ਯੂਨਿਟੀ ਇੰਟੈਗ੍ਰਿਟੀ ਆਫ ਦ ਨੇਸ਼ਨ were added to constitution। ਸੋ ਦੋਸਤੋ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਇਹ ਦੋ ਵਰਡਸ ਜੋ ਹਨ ਇਹ ਕੌਂਸਟੀਟਿਊਸ਼ਨ ਵਿੱਚ ਬਾਅਦ ਵਿੱਚ ਐਡ ਕੀਤੇ ਗਏ ਸਨ, ਸੋਸ਼ਲਿਸਟ ਐਂਡ ਸੈਕੂਲਰ। ਇਹ ਵਰਡਸ ਯਾਦ ਕਰ ਲਓ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਏ, 42nd ਅਮੈਂਡਮੈਂਟ ਆਫ ਦਾ ਕੌਂਸਟੀਟਿਊਸ਼ਨ। ਠੀਕ ਹੈ ਦੋਸਤੋ, ਇਹ ਅਮੈਂਡਮੈਂਟ ਬਹੁਤ ਇੰਪੋਰਟੈਂਟ ਹੈ। 42, 44 ਵੀ ਕਾਫੀ ਇੰਪੋਰਟੈਂਟ ਹੈ। ਅਮੈਂਡਮੈਂਟਸ ਲਈ ਵੀ ਮੈਂ ਇੱਕ ਅਲੱਗ ਤੋਂ ਵੀਡੀਓ ਜ਼ਰੂਰ ਲੈ ਕੇ ਆਵਾਂਗਾ। ਸੋ ਫਿਲਹਾਲ ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। preamble of the constitution of India envisages that, so जो preamble of Indian constitution है वो ਕੀ ਕਹਿੰਦਾ ਹੈ? so it has separate entity in the constitution। ਜੀ ਹਾਂ, ਇਸ ਦੇ ਵਿੱਚ constitution ਨਾਲੋਂ ਇਸ ਦੀ ਇੱਕ ਅਲੱਗ ਪਹਿਚਾਣ ਹੈ। ਠੀਕ ਹੈ ਦੋਸਤੋ, the correct nomenclature of the India according to the preamble is, so ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਜੋ ਪ੍ਰੈਂਬਲ ਹੈ ਉਸ ਦੇ ਅਕੋਰਡਿੰਗ ਇੰਡੀਆ ਦੀ ਅਗਰ ਅਸੀਂ ਪਹਿਚਾਣ ਨੂੰ 4 ਵਰਡਸ ਦੇ ਵਿੱਚ ਡਿਫਾਈਨ ਕਰੀਏ ਤਾਂ ਉਹ ਕੀ ਰਹੇਗੀ? ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਸੀ, ਇਟ ਇਜ਼ ਅ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਰਿਪਬਲਿਕ। ਠੀਕ ਹੈ ਦੋਸਤੋ, ਸੋ ਇਹਨਾਂ ਵਰਡਸ ਦਾ ਮਤਲਬ ਵੀ ਤੁਸੀਂ ਦੇਖ ਲਓ ਕਿ ਸੋਵਰਨਟੀ ਦਾ ਮਤਲਬ ਹੁੰਦਾ ਹੈ ਕਿ ਇਟ ਇਜ਼ ਅੰਡਰ ਨੋ ਅਦਰ ਨੇਸ਼ਨ। ਇਹਦਾ ਮਤਲਬ ਹੈ ਕਿ ਉਹ ਕਿਸੇ ਹੋਰ ਦੇਸ਼ ਦੇ ਅੰਡਰ ਨਹੀਂ ਹੈ, ਉਹ ਖੁਦ ਨਾਲੋਂ ਇੰਡੀਪੈਂਡੈਂਟ ਹੈ, ਅਸੀਂ ਉਸਦੇ ਕੋਲ ਹਾਈਐਸਟ ਪਾਵਰ ਹੈ ਆਪਣੇ ਡਿਸੀਜਨਸ ਲੈਣ ਲਈ। ਸੋਸ਼ਲਿਸਟ ਦਾ ਮਤਲਬ ਹੁੰਦਾ ਹੈ ਕਿ ਦੇਸ਼ ਦੇ ਵਿੱਚ ਕਿਸੇ ਵੀ ਆਧਾਰ 'ਤੇ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਏਗਾ। ਠੀਕ ਆ ਦੋਸਤੋ, ਸੋ ਸਭ ਨੂੰ ਇਕੁਅਲ ਟ੍ਰੀਟ ਕੀਤਾ ਜਾਏਗਾ, ਇਸ ਦਾ ਮਤਲਬ ਹੁੰਦਾ ਹੈ ਸੋਸ਼ਲਿਸਟ। ਅਤੇ ਸੈਕੂਲਰ ਦਾ ਮਤਲਬ ਹੁੰਦਾ ਹੈ ਕਿ ਦੇਸ਼ ਦੇ ਵਿੱਚ ਕੋਈ ਵੀ ਉਸਦਾ ਆਪਣਾ ਧਰਮ ਨਹੀਂ ਹੈ, ਸੋ ਲੋਕ ਆਜ਼ਾਦ ਹਨ, ਇਸ ਦੇ ਸਿਟੀਜ਼ਨ ਆਜ਼ਾਦ ਹਨ ਆਪਣਾ ਕੋਈ ਵੀ ਧਰਮ ਚੁਣਨ ਲਈ। ਠੀਕ ਹੈ ਦੋਸਤੋ, ਸੈਕੂਲਰ ਦਾ ਮਤਲਬ ਇਹ ਹੁੰਦਾ ਹੈ। ਅਤੇ ਡੈਮੋਕ੍ਰੈਟਿਕ ਰਿਪਬਲਿਕ ਦਾ ਮਤਲਬ ਹੁੰਦਾ ਹੈ ਕਿ ਦੇਸ਼ ਦੇ ਵਿੱਚ ਜੋ ਗਵਰਨਮੈਂਟ ਹੈ ਉਸ ਨੂੰ ਇਲੈਕਸ਼ਨਸ ਦੇ ਦੁਆਰਾ ਹੀ ਇਲੈਕਟ ਕੀਤਾ ਜਾਏਗਾ। ਠੀਕ ਆ ਦੋਸਤੋ, ਸੋ ਇਹ ਸੀ ਨਾ 4 ਵਰਡਸ ਦਾ ਮੀਨਿੰਗ। ਹਾਂਜੀ, ਤਾਂ ਅਗਲਾ ਕੁਐਸਚਨ ਰਹੇਗਾ ਦੋਸਤੋ, ਇੰਡੀਆ ਇਜ਼ ਏ ਡੈਮੋਕ੍ਰੈਟਿਕ ਰਿਪਬਲਿਕ ਬਿਕੋਜ਼, ਸੋ ਇੰਡੀਆ ਇੱਕ ਡੈਮੋਕ੍ਰੈਟਿਕ ਰਿਪਬਲਿਕ ਹੈ ਬਿਕੋਜ਼ ਦ ਹੈਡ ਆਫ ਦ ਸਟੇਟ ਇਜ਼ ਇਲੈਕਟਡ ਬਾਏ ਦ ਪੀਪਲ। ਜੀ ਹਾਂ ਦੋਸਤੋ,
ਬਿਕੋਜ਼ ਹੈਡ ਆਫ ਦਾ ਸਟੇਟ ਯਾਨੀ ਕਿ ਜੋ ਪ੍ਰੈਜ਼ੀਡੈਂਟ ਹੈ ਉਸਨੂੰ ਇਲੈਕਟਡ ਕੀਤਾ ਜਾਂਦਾ ਹੈ। ਇਸ ਕਰਕੇ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਬੀ। ਠੀਕ ਹੈ ਦੋਸਤੋ, ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਦ ਪ੍ਰੈਮਬਲ ਆਫ ਆਵਰ ਕੌਨਸਟੀਟਿਊਸ਼ਨ, ਸੋ ਪ੍ਰੈਮਬਲ ਆਫ ਆਵਰ ਕੌਨਸਟੀਟਿਊਸ਼ਨ ਕੰਟੇਨਸ ਦ ਸਪਿਰਿਟ ਆਫ ਦ ਕੌਨਸਟੀਟਿਊਸ਼ਨ। ਜੀ ਹਾਂ, ਠੀਕ ਹੈ ਦੋਸਤੋ, ਇਸ ਦੇ ਵਿੱਚ ਕੌਨਸਟੀਟਿਊਸ਼ਨ ਦੀ ਸਪਿਰਿਟ ਬਾਰੇ ਦੱਸਿਆ ਗਿਆ ਹੈ। ਸੋ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ ਦੋਸਤੋ। Which of the following is not a part of the preamble of the Indian Constitution? ਸੋ ਹੇਠ ਲਿਖਿਆਂ ਵਿੱਚੋਂ ਇੰਡੀਅਨ ਕੌਨਸਟੀਟਿਊਸ਼ਨ ਦੇ ਪ੍ਰੈਮਬਲ ਦਾ ਪਾਰਟ ਕੌਣ ਨਹੀਂ ਹੈ? ਸਹੀ ਉੱਤਰ ਹੈ ਫੈਡਰਲਿਜ਼ਮ। ਠੀਕ ਹੈ ਦੋਸਤੋ, ਪ੍ਰੈਮਬਲ ਦੇ ਵਿੱਚ ਫੈਡਰਲਿਜ਼ਮ ਦੀ ਗੱਲ ਨਹੀਂ ਕੀਤੀ ਗਈ। ਨੈਕਸਟ ਕੁਐਸਚਨ, ਦ ਸੋਰਸ ਆਫ ਇੰਡੀਆਜ਼ sovereignty lies in the, so India's sovereignty lies in the preamble of the constitution। ठीक है दोस्तों, ऑप्शन डी। Who among the following moved the objective resolution which formed basis of the preamble of the constitution of India in the Constituent Assembly on 13 December 1946? ਸੋ ਸਿੰਪਲ ਜਿਹਾ ਕੁਐਸਚਨ ਹੈ ਕਿ 13 ਦਸੰਬਰ 1946 ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਕੌਣ ਲੈ ਕੇ ਆਇਆ ਸੀ? ਸੋ ਇਸ ਦਾ ਸਹੀ ਉੱਤਰ ਰਹੇਗਾ ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ ਦੋਸਤੋ, ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਹਾਂਜੀ, ਤਾਂ ਸਾਡਾ ਅਗਲਾ ਕੁਐਸਚਨ ਰਹੇਗਾ, ਮੈਚ ਲਿਸਟ 1 with the list 2 and select the correct answer using the quotes given below the list 1 provisions of the Constitution of India। ਠੀਕ ਹੈ ਦੋਸਤੋ, ਸੋ ਹੇਠ ਲਿਖੇ ਕੁਝ ਪ੍ਰੋਵੀਜ਼ਨਸ ਹਨ ਜੋ ਕਿ ਅਲੱਗ-ਅਲੱਗ ਕੰਟਰੀਜ਼ ਤੋਂ ਲਏ ਗਏ ਹਨ। ਸੋ ਅਸੀਂ ਇਹਨਾਂ ਨੂੰ ਕਰੈਕਟਲੀ ਮੈਚ ਕਰਨਾ ਹੈ। ਠੀਕ ਹੈ ਦੋਸਤੋ, ਸੋ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਬੀ 3 4 1 2। ਠੀਕ ਹੈ ਦੋਸਤੋ, ਯਾਨੀ ਕਿ ਆਪਸ਼ਨ ਏ 3 ਦੇ ਨਾਲ ਮੈਚ ਕਰੇਗਾ। ਅਮੈਂਡਮੈਂਟ ਆਫ ਦਾ ਕੌਨਸਟੀਟਿਊਸ਼ਨ ਇਜ਼ ਟੇਕਨ ਫਰੋਮ ਸਾਊਥ ਅਫਰੀਕਾ। ਐਂਡ ਆਪਸ਼ਨ ਬੀ ਡਾਇਰੈਕਟਿਵ ਪ੍ਰਿੰਸੀਪਲਸ ਜੋ ਹਨ ਇਹ 4th ਆਪਸ਼ਨ ਯਾਨੀ ਕਿ ਇਰਿਸ਼ ਕੌਨਸਟੀਟਿਊਸ਼ਨ ਤੋਂ ਲਏ ਗਏ ਹਨ। ਅਤੇ 3rd ਆਪਸ਼ਨ ਐਮਰਜੈਂਸੀ ਪਾਵਰਸ ਆਫ ਦਾ ਪ੍ਰੈਜ਼ੀਡੈਂਟਸ, ਇਹ ਆਪਸ਼ਨ ਫਸਟ ਨਾਲ ਮੈਚ ਕਰਨਗੇ। ਠੀਕ ਆ ਦੋਸਤੋ, ਅਤੇ ਆਪਸ਼ਨ ਫਸਟ ਯਾਨੀ ਕੌਨਸਟੀਟਿਊਸ਼ਨ ਆਫ ਜਰਮਨੀ। ਠੀਕ ਆ ਦੋਸਤੋ, ਅਤੇ 4th ਆਪਸ਼ਨ ਦਾ ਯੂਨੀਅਨ ਸਟੇਟ ਰਿਲੇਸ਼ਨਸ਼ਿਪ ਜੋ ਹੈ ਇਹ ਆਪਸ਼ਨ ਸੈਕਿੰਡ ਦੇ ਨਾਲ ਮੈਚ ਕਰੇਗਾ, ਯਾਨੀ ਕਿ ਇਹ ਕੌਨਸਟੀਟਿਊਸ਼ਨ ਆਫ ਕੈਨੇਡਾ ਤੋਂ ਲੈ ਗਏ ਹਨ। ਸੋ ਇਸ ਤਰੀਕੇ ਨਾਲ ਇਹ ਆਪਸ਼ਨ ਬਿਲਕੁਲ ਕਰੈਕਟ ਸੈੱਟ ਬੈਠਣਗੇ। ਠੀਕ ਆ ਦੋਸਤੋ, ਨੈਕਸਟ ਕੁਐਸਚਨ ਸਾਡਾ ਰਹੇਗਾ, ਦ ਕੌਨਸਟੀਟਿਊਸ਼ਨ ਆਫ ਇੰਡੀਆ ਇਜ਼ ਰਿਪਬਲਿਕਨ ਬਿਕੋਜ਼। ਸੋ ਇੰਡੀਆ ਦਾ ਜੋ ਕੌਨਸਟੀਟਿਊਸ਼ਨ ਹੈ ਇਹ ਰਿਪਬਲਿਕ ਹੈ, ਕਿਉਂ? ਸੋ ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਬਿਕੋਜ਼ ਇਟ ਹੈਜ਼ ਨੋ ਹੈਰੀਡਿਟਰੀ ਐਲੀਮੈਂਟ। ਹੈਰੀਡਿਟਰੀ ਦਾ ਮਤਲਬ ਹੁੰਦਾ ਹੈ ਦੋਸਤੋ, ਜਦੋਂ ਕੋਈ ਗੱਦੀ ਕਿਸੇ ਪਿਤਾ ਤੋਂ ਉਸਦੇ ਪੁੱਤਰ ਨੂੰ ਅਤੇ ਅਗਾਂਹ ਉਹ ਉਹਨਾਂ ਦੀ ਜਨਰੇਸ਼ਨ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਮਿਲਣ ਲੱਗ ਪੈਂਦੀ ਹੈ। ਸੋ ਇੰਡੀਆ ਦੇ ਵਿੱਚ ਇਸ ਤਰੀਕੇ ਦਾ ਕੋਈ ਵੀ ਕੰਸੈਪਟ ਨਹੀਂ ਹੈ। ਸੋ ਇਸ ਲਈ ਇਸ ਕੁਐਸਚਨ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ। ਠੀਕ ਹੈ ਦੋਸਤੋ, ਰਿਪਬਲਿਕ ਦਾ ਮਤਲਬ ਹੈ ਕਿ ਦੇਰ ਇਜ਼ ਨੋ ਹੈਰੀਡਿਟਰੀ ਐਲੀਮੈਂਟਸ। ਸੋ ਨੈਕਸਟ ਕੁਐਸਚਨ ਰਹੇਗਾ, ਵਿਚ ਵਨ ਅਮੰਗ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ। ਸੋ ਹੇਠ ਲਿਖਿਆਂ ਵਿੱਚੋਂ ਨੋਟ ਕਰੈਕਟ ਸਟੇਟਮੈਂਟ ਪੁੱਛੀ ਗਈ ਹੈ ਦੋਸਤੋ। ਸੋ ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਆਰਟੀਕਲ 25। ਇਹ ਆਪਸ਼ਨ ਗਲਤ ਹੈ। ਇਸ ਤੋਂ ਇਲਾਵਾ ਬਾਕੀ ਆਰਟੀਕਲ A 39D ਬਿਲਕੁਲ ਸਹੀ ਹੈ, that would enable the court to uphold the constitutionality of the nationalization law। ਸੋ ਕੌਨਸਟੀਟਿਊਸ਼ਨ ਦੇ ਵਿੱਚ ਲਾਅਸ ਦੇ ਬਾਰੇ ਗੱਲ ਕੀਤੀ ਗਈ ਹੈ। ਸੋ ਇਹ ਬਿਲਕੁਲ ਸਹੀ ਮੈਚ ਕਰਦਾ ਹੈ। ਇਸ ਤੋਂ ਇਲਾਵਾ ਆਪਸ਼ਨ ਬੀ ਆਰਟੀਕਲ 14 that would enable the court to strike down a statute which failed to achieve the socialist goal to fullest extent। ਇਹ ਵੀ ਬਿਲਕੁਲ ਸਹੀ ਹੈ। ਸੋ 23 would enable the court to reduce inequality in the incomes and status। ਠੀਕ ਹੈ ਦੋਸਤੋ, ਇਹ ਵੀ ਬਿਲਕੁਲ ਸਹੀ ਹੈ। ਸੋ ਆਪਸ਼ਨ ਸੀ ਜੋ ਹੈ ਇਹ ਗਲਤ ਹੈ। ਸੋ ਇਸ ਕਰਕੇ ਇਸ ਦਾ ਆਨਸਰ ਬਣੇਗਾ ਆਪਸ਼ਨ ਸੀ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਰਹੇਗਾ, ਇਨ ਇੰਡੀਆ ਦਾ ਕੰਸੈਪਟ ਆਫ ਸਿੰਗਲ ਸਿਟੀਜ਼ਨਸ਼ਿਪ ਇਜ਼ ਅਡੋਪਟਡ ਫਰੋਮ।
ਸੋ ਇੰਡੀਆ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਇੱਕ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਹੈ। ਸੋ ਇਹ ਕਿਸ ਦੇਸ਼ ਤੋਂ ਲਿਆ ਗਿਆ ਹੈ? ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਏ, ਇੰਗਲੈਂਡ। ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਹੈ ਦੋਸਤੋ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਦ ਇੰਡੀਅਨ ਕਨਸਟੀਟਿਊਸ਼ਨ ਕੰਪਰਾਈਜ਼ਸ ਆਫ, ਸੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ 395 ਆਰਟੀਕਲ, 22 ਪਾਰਟ ਅਤੇ 12 ਸ਼ਡਿਊਲ ਹਨ ਦੋਸਤੋ। ਇਹ ਪੜ੍ਹਨੇ ਬਹੁਤ ਜ਼ਰੂਰੀ ਹਨ। ਸੋ 12 ਸ਼ਡਿਊਲ ਦੀ ਮੈਂ ਇੱਕ ਅਲੱਗ ਤੋਂ ਕਲਾਸ ਲੈ ਕੇ ਆਵਾਂਗਾ, ਠੀਕ ਆ ਦੋਸਤੋ। ਅਤੇ ਬਾਕੀ ਪਾਰਟਸ ਦੀ ਵੀ ਅਤੇ ਆਰਟੀਕਲਸ, ਮੈਂ ਕੁਝ ਇੰਪੋਰਟੈਂਟ ਆਰਟੀਕਲਸ ਜੋ ਹਨ ਉਹ ਵੀ ਤੁਹਾਨੂੰ ਜ਼ਰੂਰ ਕਰਵਾਵਾਂਗਾ, ਠੀਕ ਆ ਦੋਸਤੋ। ਸੋ ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਹੈ, ਫਰੋਮ ਵਿਚ ਆਫ ਦ ਕੰਟਰੀਜ਼ ਕਨਸਟੀਟਿਊਸ਼ਨ ਆਫ ਇੰਡੀਆ ਹੈਜ਼ ਅਡੋਪਟਡ ਫੰਡਾਮੈਂਟਲ ਡਿਊਟੀਜ਼। ਸੋ ਫੰਡਾਮੈਂਟਲ ਡਿਊਟੀਜ਼ ਜੋ ਹਨ ਇਹ ਕਿਸ ਦੇਸ਼ ਦੇ ਕਨਸਟੀਟਿਊਸ਼ਨ ਤੋਂ ਲਈਆਂ ਗਈਆਂ ਹਨ? ਸੋ ਇਸ ਦਾ ਸਹੀ ਉੱਤਰ ਰਹੇਗਾ ਐਸਟਵਾਈਲ USSR। ਸੋ ਦੋਸਤੋ ਰਸ਼ੀਆ ਇਸ ਦਾ ਸਹੀ ਉੱਤਰ ਹੈ, ਠੀਕ ਹੈ ਦੋਸਤੋ। ਆਪਸ਼ਨ ਸੀ, USSR ਨੂੰ ਹੀ ਰਸ਼ੀਆ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਰਹੇਗਾ, ਦ ਵਰਡ ਸੋਸ਼ਲਿਸਟ ਵਾਸ ਐਡਡ ਟੂ ਦ ਪ੍ਰੈਮਬਲ, ਇਟਸ ਮੇਨ ਏਮ ਇਜ਼ ਟੂ। ਸੋ ਅਸੀਂ ਹੁਣੀ ਪਿੱਛੇ ਪੜ੍ਹਿਆ ਸੀ ਕਿ ਸੋਸ਼ਲਿਸਟ ਵਰਡ ਐਡ ਕੀਤਾ ਗਿਆ ਸੀ। ਸੋ ਇਸ ਦਾ ਮੇਨ ਏਮ ਕੀ ਹੈ? ਸੋ ਇਟਸ ਮੇਨ ਏਮ ਇਜ਼ ਟੂ ਐਲੀਮੀਨੇਟ ਦ ਇਨਇਕੁਐਲਿਟੀ ਇਨ ਇਕਨੋਮਿਕ ਐਂਡ ਪੋਲੀਟੀਕਲ ਸਟੇਟਸ। ਸੋ ਇਸ ਦਾ ਮਤਲਬ ਹੈ ਕਿ ਕਿਸੇ ਵੀ ਤਰੀਕੇ ਦੀ ਡਿਸਕ੍ਰਿਮੀਨੇਸ਼ਨ ਨੂੰ ਦੂਰ ਕਰਨਾ। ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ ਦੋਸਤੋ। ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦ ਪੇਅਰ ਇਜ਼ ਕਰੈਕਟਲੀ ਮੈਚ। ਸੋ ਹੇਠ ਲਿਖਿਆਂ ਵਿੱਚੋਂ ਕਰੈਕਟਲੀ ਮੈਚ ਪੇਅਰ ਕਿਹੜਾ ਹੈ? ਸਹੀ ਉੱਤਰ ਰਹੇਗਾ ਆਪਸ਼ਨ ਡੀ, ਸੈਕੂਲਰ। A state is without any religion of its own। ਸੋ ਇਹ ਆਪਸ਼ਨ ਬਿਲਕੁਲ ਸਹੀ ਹੈ ਦੋਸਤੋ, ਆਪਸ਼ਨ ਡੀ। ਨੈਕਸਟ ਕੁਐਸਚਨ ਹੈ, ਦ ਪ੍ਰਿੰਬਲ enshrines certain idols that were first spelled out in। ਸੋ ਪ੍ਰਿੰਬਲ ਜੋ ਹੈ ਇਹ ਕੁਝ ਆਈਡਲਸ ਬਾਰੇ ਦੱਸਦਾ ਹੈ। ਸੋ ਇਹ ਪਹਿਲਾਂ ਕਿੱਥੇ ਸਨ? ਸੋ ਇਸ ਦਾ ਸਹੀ ਉੱਤਰ ਰਹੇਗਾ ਦ ਆਬਜੈਕਟਿਵ ਰੈਜ਼ੋਲੂਸ਼ਨ ਅਡੋਪਟਡ ਬਾਈ ਦ ਕਨਸਟੀਟਿਊਐਂਟ ਅਸੈਂਬਲੀ। ਸੋ ਪੜ੍ਹਿਆ ਸੀ ਹੁਣ ਅਸੀਂ ਪਿੱਛੇ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਜੋ ਕਿ ਪੰਡਿਤ ਜਵਾਹਰ ਲਾਲ ਜੀ ਨੂੰ ਦੁਆਰਾ ਲਿਆਂਦਾ ਗਿਆ ਸੀ, ਉਸ ਦੇ ਵਿੱਚ ਹੀ ਪ੍ਰੈਮਬਲ ਦੇ ਮੇਨ ਆਈਡਲਸ ਪਹਿਲਾਂ ਸਨ, ਠੀਕ ਆ ਦੋਸਤੋ। ਸੋ ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਦ ਪਾਰਟ ਆਫ ਦ ਕਨਸਟੀਟਿਊਸ਼ਨ ਦੈਟ ਰਿਫਲੈਕਟਸ ਦ ਮਾਈਂਡ ਐਂਡ ਆਈਡਲਸ ਆਫ ਦ ਫਰੇਮਰਸ। ਸੋ ਕਨਸਟੀਟਿਊਸ਼ਨ ਦਾ ਉਹ ਕਿਹੜਾ ਪਾਰਟ ਹੈ ਜਿਸ ਦੇ ਵਿੱਚ ਕਿ ਜਿਨ੍ਹਾਂ ਨੇ ਇਹ ਕਨਸਟੀਟਿਊਸ਼ਨ ਬਣਾਇਆ ਹੈ ਉਹਨਾਂ ਦੇ ਮਾਈਂਡ ਅਤੇ ਉਹਨਾਂ ਦੇ ਆਈਡਲਸ ਬਾਰੇ ਦਰਸਾਇਆ ਗਿਆ ਹੈ? ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਸੀ, ਪ੍ਰੈਮਬਲ, ਠੀਕ ਆ ਦੋਸਤੋ। ਆਪਸ਼ਨ ਸੀ ਬਿਲਕੁਲ ਸਹੀ ਉੱਤਰ ਰਹੇਗਾ। ਸੋ ਅੱਜ ਦਾ ਸੈਕਿੰਡ ਲਾਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਡਿਟਰਮਾਈਨਸ ਦੈਟ ਦ ਇੰਡੀਅਨ ਕਨਸਟੀਟਿਊਸ਼ਨ ਇਜ਼ ਫੈਡਰਲ। ਸੋ ਹੇਠ ਲਿਖੀਆਂ ਸਟੇਟਮੈਂਟਸ ਵਿੱਚੋਂ ਕਿਹੜੀ ਸਟੇਟਮੈਂਟ ਇਹ ਦਰਸਾਉਂਦੀ ਹੈ ਕਿ ਇੰਡੀਆ ਇੱਕ ਫੈਡਰਲ ਸਟੇਟ ਹੈ? ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ, ਡਿਸਟਰੀਬਿਊਸ਼ਨ ਆਫ ਪਾਵਰਸ ਬਿਟਵੀਨ ਸੈਂਟਰ ਐਂਡ ਸਟੇਟਸ। 2-3 ਵਾਰ ਕੁਐਸਚਨ ਇਹ ਅਸੀਂ ਅਲੱਗ-ਅਲੱਗ ਫਾਰਮਸ ਦੇ ਵਿੱਚ ਕਰ ਲਿਆ ਦੋਸਤੋ। ਜਦੋਂ ਸੈਂਟਰ ਅਤੇ ਸਟੇਟ ਦੀਆਂ ਪਾਵਰਸ ਨੂੰ ਕਲੀਅਰਲੀ ਡਿਫਾਈਨ ਕੀਤਾ ਜਾਵੇ ਤਾਂ ਉਸੇ ਨੂੰ ਹੀ ਫੈਡਰਲ ਸਟਰਕਚਰ ਕਹਿੰਦੇ ਹਨ, ਠੀਕ ਆ ਦੋਸਤੋ। ਸੋ ਅੱਜ ਦਾ ਲਾਸਟ ਕੁਐਸਚਨ, ਦ ਇੰਡੀਅਨ ਕਨਸਟੀਟਿਊਸ਼ਨ ਇਜ਼ ਰਿਗਾਰਡਡ ਐਜ਼। ਸੋ ਇੰਡੀਅਨ ਕਨਸਟੀਟਿਊਸ਼ਨ ਨੂੰ ਕੀ ਆਖਿਆ ਜਾਂਦਾ ਹੈ? ਇਟ ਇਜ਼ ਰਿਗਾਰਡਡ ਐਜ਼ ਏ ਫੈਡਰਲ ਇਨ ਫਾਰਮ ਐਂਡ ਯੂਨਿਟਰੀ ਇਨ ਸਪਿਰਿਟ, ਠੀਕ ਆ ਦੋਸਤੋ। ਸੋ ਆਪਸ਼ਨ ਡੀ ਬਿਲਕੁਲ ਸਹੀ ਰਹੇਗਾ। ਸੋ ਇਹ ਸਨ ਅੱਜ ਦੇ 45 ਮੋਸਟ ਇੰਪੋਰਟੈਂਟ MCQ। ਉਮੀਦ ਕਰਦਾ ਕਿ ਤੁਹਾਨੂੰ ਕੁਐਸਚਨ ਪਸੰਦ ਆਏ ਹੋਣਗੇ। ਤਾਂ ਜ਼ਰੂਰ ਹੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਦੋਸਤੋ, ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਹੀ ਸ਼ੇਅਰ ਕਰਨਾ। ਸੋ ਮੇਰੇ ਚੈਨਲ ਦੇ ਨਾਲ ਜੁੜੇ ਰਹਿਣਾ, ਜਿੱਥੇ ਕਿ ਤੁਹਾਨੂੰ ਮੈਂ ਬਹੁਤ ਸਾਰਾ ਫ੍ਰੀ ਕੰਟੈਂਟ ਪ੍ਰੋਵਾਈਡ ਕਰਨ ਵਾਲਾ ਆਉਣ ਵਾਲੇ ਸਮੇਂ 'ਚ। ਸੋ ਠੀਕ ਹੈ ਦੋਸਤੋ, ਮਿਲਦੇ ਹਾਂ ਅਸੀਂ ਨੈਕਸਟ ਵੀਡੀਓ ਵਿੱਚ। ਅਤੇ ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਜ਼ਰੂਰ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਆ ਦੋਸਤੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।